ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਸਰ ਪੰਥ ਚਲਾਇਨ ਬੜਬੀਰ ਗਹੇਲਾ। ਸੰਮਤ 1755 ਦਾ ਸਾਰਾ ਸਾਲ ਗੁਰੂ ਜੀ ਦਾ ਗੰਭੀਰ ਵਿਚਾਰਾਂ ਵਿੱਚ ਹੀ ਲੰਘਿਆ। ਆਪ ਜੋ ਸੋਚ ਰਹੇ ਸਨ ਉਸ ਦਾ ਕਿਸੇ ਨੂੰ ਕੀ ਪਤਾ ਸੀ, ਪਰ ਨੈਣਾ ਦੇਵੀ ਦੇ ਟਿੱਲੇ ਜੋ ਨੈਣੇ ਗੁੱਜਰ ਦੀ ਮਾਲਕੀ ਕਰਕੇ ਤੇ ਉਸ ਵੱਲੋਂ ਪਹਾੜ ਦੀ ਨਿਵਾਣ ਵੱਲ ਡਿੱਗਣ ਤੋਂ ਬਚਣ ਲਈ ਇੱਕ ਮੰਦਰ ਦੇ ਬਣਾ ਦੇਣ ਕਰਕੇ ਇਸ ਦਾ ਨਾਮ ਨੈਣਾ ਦੇਵੀ ਦਾ ਟਿੱਲਾ ਪ੍ਰਸਿੱਧ ਹੋ ਗਿਆ ਤੇ ਹੁਣ ਵੀ ਹੈ। ਤੋਂ ਉਤਰ ਕੇ ਗੁਰੂ ਜੀ ਦੀਆਂ ਆਪਣੀਆਂ ਸੋਚਾਂ ਦਾ ਪ੍ਰੋਗਰਾਮ ਬਣਾ ਕੇ ਫਿਰ ਸਰਗਰਮ ਹੋ ਗਏ। 1756 ਦੀ ਵਿਸਾਖੀ ਦੇ ਮੇਲੇ 'ਤੇ ਇੱਕ ਉਚੇਚਾ ਖਾਸ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਤੇ ਨਵਾਂ ਪ੍ਰੋਗਰਾਮ ਦੱਸਿਆ ਜਾਏਗਾ। ਇਸ ਢੰਗ ਦੀਆਂ ਪੱਤਰਕਾਵਾਂ ਵੀ ਸਭ ਪਾਸੇ ਤੇ ਦੂਰ ਦੂਰ ਮਸੰਦਾਂ ਵੱਲ ਭੇਜ ਦਿੱਤੀਆਂ ਕਿ ਉਹ ਸੰਗਤਾਂ ਨੂੰ ਆਪ ਤਿਆਰ ਕਰਕੇ ਇਸ ਵਿਸਾਖੀ ਦੇ ਮੌਕੇ 'ਤੇ ਨਾਲ ਲਿਆਉਣ। ਗੁਰੂ ਜੀ ਦੇ ਸਾਹਮਣੇ ਭਰਪੂਰੇ ਤੇ ਵੱਡੇ ਮਸਲੇ ਸਨ। ਗੁਰੂ ਨਾਨਕ ਦੇਵ ਜੀ ਦੇ ਚਲਾਏ ਪੰਥ ਨੂੰ ਨਿਆਰਾ ਤੇ ਪਰਪੱਕ ਕਰਨਾ ਸੀ। ਹੁਣ ਤੱਕ ਭਾਵੇਂ ਕੋਈ ਕਿਸੇ ਵੀ ਰੂਪ ਵਿੱਚ ਹੋਵੇ, ਜੇ ਉਹ ਗੁਰੂ ਨਾਨਕ ਦੀ ਸਿੱਖਿਆ ਦਾ ਧਾਰਨੀ ਹੁੰਦਾ ਤਾਂ ਉਹ ਸਿੱਖ ਅਖਵਾਉਂਦਾ ਸੀ, ਪਰ ਵੱਖਰਾ ਹੀ ਨਜ਼ਰ ਆਏ। 1753 ਸੰਮਤ ਦੀ ਵਿਸਾਖੀ ਤੋਂ ਆਪ ਨੇ ਹਰ ਸਿੱਖ ਨੂੰ ਸ਼ਸਤਰਧਾਰੀ ਕੇਸ ਰੱਖਣ ਦੀ ਸਲਾਹ ਦਿੱਤੀ ਸੀ, ਜਿਸ ਅਨੁਸਾਰ ਬਹੁਤੇ ਸਿੱਖ ਕੇਸਾਧਾਰੀ ਬਣਦੇ ਜਾ ਰਹੇ ਸਨ ਤੇ ਸਿਰ ਮੁੰਨਿਆਂ ਦੀ ਗਿਣਤੀ ਘਟਦੀ ਜਾ ਰਹੀ ਸੀ। ਪਰ ਗੁਰੂ ਜੀ ਇਸ ਗੱਲ ਨੂੰ ਸਿੱਖੀ ਦਾ ਖਾਸ ਅੰਗ ਬਣਾ ਦੇਣਾ ਚਾਹੁੰਦੇ ਸਨ। 50 ਪਿਆਰਿਆਂ ਦੀ ਚੋਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੀ ਉਮਰ ਦਾ ਵੱਡਾ ਹਿੱਸਾ ਸੱਚ ਦੇ ਪ੍ਰਚਾਰ ਤੇ ਧਰਮ ਨੂੰ ਨਿਰੀਆਂ ਕਰਮਕਾਂਡੀ ਰਸਮਾਂ ਦੇ ਬੰਧਨਾਂ ਵਿੱਚੋਂ ਆਜ਼ਾਦ ਕਰਾਉਣ ਤੇ ਹਕੂਮਤੀ ਧਰਮ ਦੇ ਜਬਰ ਵਿਰੁੱਧ ਆਵਾਜ਼ ਉਠਾ ਕੇ ਉਹਨਾਂ ਨੂੰ ਸੱਚੇ ਧਰਮ ਦਾ ਰਸਤਾ ਦੱਸਣ ਲਈ ਥਾਂ ਥਾਂ ਫਿਰ ਕੇ 4 ਉਦਾਸੀਆਂ ਬਿਤਾਈਆਂ। ਉਮਰ ਦਾ ਆਖਰੀ ਹਿੱਸਾ ਕਰਤਾਰਪੁਰ ਵਿੱਚ ਆਪਣੇ ਪ੍ਰਚਾਰ ਨੂੰ ਅਮਲੀ ਤੌਰ 'ਤੇ ਪ੍ਰਗਟ ਕਰ ਦਿਖਾਇਆ, ਪਰ ਅਜੇ ਇਹ ਪ੍ਰੋਗਰਾਮ ਪੂਰਾ ਨਹੀਂ ਸੀ ਹੋਇਆ। ਇਸ ਲਈ ਹੋਰ ਸਮੇਂ ਦੀ ਲੋੜ ਸੀ। ਇਸ ਲਈ ਇਸ ਪ੍ਰੋਗਰਾਮ ਦੇ ਚਲਾਉਣ ਲਈ ਉਹਨਾਂ ਆਪਣੇ ਜਾਨਸ਼ੀਨ ਦੀ ਚੋਣ ਪਰਖ ਕੀਤੀ ਤਾਂ ਇੱਕ ਸਿੱਖ ਭਾਈ ਲਹਿਣਾ ਜੀ ਪਾਸ ਹੋਇਆ ਤੇ ਇਸੇ ਤਰ੍ਹਾਂ ਅੱਗੋਂ ਦੂਜੇ ਤੀਜੇ ਗੁਰੂ ਬਣਦੇ ਆਏ ਤੇ ਗੁਰੂ ਨਾਨਕ ਦੇ ਚਲਾਏ ਸੱਚੇ ਧਰਮ ਨੂੰ ਪ੍ਰਚਾਰਦੇ ਆਏ ਤੇ 250 ਸਾਲ ਤੱਕ ਇਹ ਪ੍ਰਚਾਰ ਜਾਰੀ ਰਿਹਾ, ਜਿਸ ਨੂੰ ਅਖੀਰਲੇ 10ਵੇਂ ਗੁਰੂ ਜੀ ਨੇ ਅੱਗੋਂ ਇਸ ਪ੍ਰਚਾਰ ਨੂੰ ਸੱਚੇ ਪ੍ਰਭੂ ਦੇ ਆਸਰੇ ਕਰਕੇ, ਇਸ ਨੂੰ ਜਮਹੂਰੀ ਲੀਹਾਂ 'ਤੇ ਕਰਕੇ ਗੁਰੂ ਤੇ ਗੁਰੂ ਦੀ ਲੋੜ ਖਤਮ ਕਰਨਾ ਸੀ। ਸੋ ਇਹ ਇੱਕ ਧਰਮ ਦਾ ਵੱਡਾ ਮੰਦਰ ਖਾਲਸਾ ਤਿਆਰ ਹੋਣਾ ਸੀ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਤੇ ਫਿਰ ਦਸਮੇਸ਼ ਜੀ ਨੂੰ ਅਕਾਲ ਪੁਰਖ ਦਾ ਹੁਕਮ ਸੀ, ਜਾਹੇ ਤਹਾਂ ਤੈ ਧਰਮ ਚਲਾਏ, ਕੁਬਦ ਕਰਨ ਤੇ ਲੋਕ ਹਟਾਏ, ਨਾਲੇ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਆਖਣ ਵਾਲੇ ਸਤਿਗੁਰੂ ਦਸ਼ਮੇਸ਼ ਜੀ ਨੇ ਆਪਣੇ ਬਚਨ ਨੂੰ ਵੀ ਪੂਰਾ ਕਰਨਾ ਸੀ। ਸੋ ਇਹੋ ਸੋਚਦੇ ਸੰਮਤ 1755 ਲੰਘ ਗਿਆ ਤੇ 1756 ਚੜ੍ਹ ਗਿਆ। ਵਿਸਾਖੀ ਤੋਂ ਇੱਕ ਦਿਨ ਪਹਿਲੇ ਹੀ ਗੁਰੂ ਜੀ ਨੇ ਤਖਤ ਸ੍ਰੀ ਕੇਸਗੜ੍ਹ ਵਾਲੀ ਥਾਂ 'ਤੇ ਇੱਕ ਵੱਡਾ ਪਸ਼ਮੀਨੇ ਦਾ ਸ਼ਮਿਆਨਾ ਤਨਵਾਇਆ ਤੇ ਆਪਣੇ ਸਿੰਘਾਸਨ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਤੰਬੂ ਲਵਾਇਆ, ਜਿਸ ਵਿੱਚ ਵਿਸਾਖੀ ਵਾਲੇ ਦਿਨ ਆਪ ਸਵੇਰ ਤੋਂ ਹੀ ਆ ਬੈਠੇ ਸਨ। ਬਾਹਰ ਸ਼ਮਿਆਨੇ ਹੇਠਾਂ ਦੀਵਾਨ ਸੱਜ ਗਿਆ ਤੇ ਰਾਗੀ ਸਵੇਰ ਤੋਂ ਹੀ ਸ਼੍ਰੀ ਆਸਾ ਦੀ ਵਾਰ ਦਾ ਰਸ ਭਿੰਨਾ ਕੀਰਤਨ ਕਰ ਰਹੇ ਸਨ। ਭੋਗ ਉਪਰੰਤ ਗੁਰੂ ਜੀ ਤੰਬੂ ਵਿੱਚੋਂ ਬਾਹਰ ਨਿਕਲੇ ਤੇ ਉਹ ਖਾਸ ਪ੍ਰੋਗਰਾਮ, ਜਿਸ ਦੇ ਲਈ ਸੁਨੇਹੇ ਮਿਲਣ ਤੇ ਸੰਗਤਾਂ ਹੁੰਮ-ਹੰਬਾ ਕੇ ਪੁੱਜੀਆਂ ਹੋਈਆਂ ਸਨ ਤੇ ਦੀਵਾਨ ਖਚਾ-ਖਚ ਦੂਰ ਤੱਕ ਸੰਗਤਾਂ ਨਾਲ ਭਰਪੂਰ ਸੀ। ਗੁਰੂ ਜੀ ਦੇ ਨੂਰਾਨੀ ਮੁਖੜੇ 'ਤੇ ਅੱਜ ਕੋਈ ਅਜਬ ਜਲਾਲ ਤੇ ਅੱਖਾਂ ਵਿੱਚ ਖਾਸ ਤੇਜ਼ੀ ਭਰੀ ਆਪਾ ਲਟ-ਲਟ ਕਰ ਰਹੀ ਸੀ। ਗੁਰੂ ਜੀ ਦੇ ਹੱਥ ਵਿੱਚ ਲੰਮੀ ਕਿਰਪਾਨ ਸੀ ਤੇ ਉਹ ਸਟੇਜ 'ਤੇ ਆ ਖੜ੍ਹੇ ਹੋਏ
ਤੇ ਗੁਰੂ ਜੀ ਵੱਲ ਚਕੋਰ ਦੀ ਨਿਆਈ ਸੰਗਤਾਂ ਨਜ਼ਰ ਟਿਕਾਈ ਦੇਖਣ ਲੱਗੀਆਂ। ਗੁਰੂ ਜੀ ਨੇ ਸ਼੍ਰੀ ਸਾਹਿਬ ਮਿਆਨ ਵਿੱਚੋਂ ਕੱਢੀ ਤੇ ਉਸ ਨੂੰ ਉੱਪਰ ਵੱਲ ਕਰਦੇ ਹੋਏ ਫਰਮਾਇਆ, ਗੁਰਮੁਖੋ, ਅੱਜ ਅਸੀਂ ਤੁਹਾਨੂੰ ਅਕਾਲ ਪੁਰਖ ਦਾ ਹੁਕਮ ਸੁਣਾਉਣ ਲੱਗੇ ਹਾਂ। ਅਕਾਲ ਪੁਰਖ ਨੂੰ ਧਰਮ ਦੀ ਰਕਸ਼ਾ ਲਈ ਸਿਰਾਂ ਦੀ ਲੋੜ ਹੈ, ਕੁਰਬਾਨ ਹੋਣ ਵਾਲਿਆਂ ਦੀ ਲੋੜ ਹੈ। ਅਕਾਲ ਪੁਰਖ ਦੇ ਕੰਮ ਲਈ ਸਿਰ ਦੇਣ ਵਾਲਿਆਂ ਨੂੰ ਮਨ ਵਾਂਛਿਤ ਫਲ ਪ੍ਰਾਪਤ ਹੋਣਗੇ ਤੇ ਉਹਨਾਂ ਦਾ ਨਾਮ ਧਰਮੀ ਸੂਰਬੀਰਾਂ ਵਾਂਗ ਸਦਾ ਲਈ ਅਮਰ ਹੋ ਜਾਏਗਾ। ਇਸ ਲਈ ਆਓ ਤਲਵਾਰ ਭੇਟ ਹੋਣ ਵਾਸਤੇ ਕੋਈ ਨਿਤਰੋ। ਪਰ ਗੁਰੂ ਜੀ ਦੇ ਇਸ ਬਚਨ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ। ਕਈਆਂ ਦੇ ਸਿਰ ਸੋਚਾਂ ਵਿੱਚ ਹੀ ਨੀਵੇਂ ਹੋ ਗਏ। ਕਈ ਉਡੀਕਣ ਲੱਗੇ ਕਿ ਗੁਰੂ ਜੀ ਦਾ ਧਿਆਨ ਸਾਡੇ ਵੱਲੋਂ ਹਟੇ ਤਾਂ ਖਿਸਕੀ ਚਲੀਏ। ਅੱਜ ਖੈਰ ਨਹੀਂ, ਪਰ ਸਿਦਕੀ ਸਿਦਕ ਪਾਲਣ ਲਈ ਆਪਣੇ ਮਨ ਨਾਲ ਵਿਚਾਰਾਂ ਕਰਨ ਲੱਗ ਪਏ ਕਿ ਮਰਨਾ ਤਾਂ ਇੱਕ ਦਿਨ ਹੈ ਹੀ, ਫਿਰ ਗੁਰੂ ਜੀ ਦੀ ਤਲਵਾਰ ਨਾਲ ਮਰ ਕੇ ਮੁਕਤ ਕਿਉਂ ਨਾ ਹੋ ਜਾਈਏ। ਸਭ ਪਾਸੇ ਸਨਾਟਾ ਛਾ ਗਿਆ ਤੇ ਚੁੱਪ ਵਰਤ ਗਈ। ਇਹ ਵੇਖ ਕੇ ਗੁਰੂ ਜੀ ਨੇ ਫਿਰ ਕਿਹਾ, ਗੁਰਸਿੱਖੋ, ਇਹ ਸਰੀਰ ਸਦਾ ਰਹਿਣ ਵਾਲੀ ਵਸਤੂ ਨਹੀਂ, ਨਾਸ ਹੋਣ ਵਾਲੀ ਹੈ। ਪਰ ਅਕਾਲ ਪੁਰਖ ਦੇ ਹੁਕਮ ਵਿੱਚ ਸਿਰ ਦੇਣ ਵਾਲੇ ਨੇ ਨਾਸਤਾਂ ਤੋਂ ਬਚਣਾ ਹੈ ਤੇ ਸਦਾ ਲਈ ਅਕਾਲ ਪੁਰਖ ਦਾ ਸੰਗੀ ਬਣ ਜਾਣਾ ਹੈ। ਇਸ ਲਈ ਆਓ ਨਿਤਰੋ, ਇਹ ਸਮਾਂ ਰੋਜ਼ ਰੋਜ਼ ਨਹੀਂ ਮਿਲਣਾ, ਅੱਜ ਹੀ ਹੈ। ਦੂਜੀ ਵੇਰ ਸੁਣ ਕੇ ਵੀ ਚੁੱਪ ਰਹੀ। ਗੁਰੂ ਜੀ ਨੇ ਤੀਜੀ ਵੇਰ ਇਹੋ ਗੱਲ ਦੁਹਰਾਈ ਤਾਂ ਦਇਆ ਰਾਮ ਖੱਤਰੀ ਲਾਹੌਰ ਵਾਲੇ ਉੱਠੇ ਤੇ ਪਹਿਲੀ ਦੂਜੀ ਆਵਾਜ਼ 'ਤੇ ਨਾ ਉੱਠਣ ਦੀ ਖਿਮਾ ਮੰਗ ਕੇ ਕਿਹਾ, ਹੇ ਸਤਿਗੁਰ ਜੀਓ, ਦਾਸ ਦਾ ਸਿਰ ਹਾਜ਼ਰ ਹੈ। ਗੁਰੂ ਜੀ ਭਾਈ ਦਇਆ ਰਾਮ ਨੂੰ ਤੰਬੂ ਵਿੱਚ ਲੈ ਗਏ ਤੇ ਫਿਰ ਸਭ ਨੇ ਤਲਵਾਰ ਚੱਲਣ ਦੀ ਆਵਾਜ਼ ਸੁਣੀ। ਤੰਬੂ ਵਿੱਚੋਂ ਖੂਨ ਬਾਹਰ ਨਿਕਲਦਾ ਸਭ ਨੇ ਦੇਖਿਆ, ਪਰ ਉਸ ਵੇਲੇ ਤਾਂ ਸਭ ਨੂੰ ਹੈਰਾਨੀ ਤੇ ਪਰੇਸ਼ਾਨੀ ਨੇ ਘੇਰ ਲਿਆ। ਜਦ ਗੁਰੂ ਜੀ ਲਹੂ ਦੀ ਲਿਬੜੀ ਤਲਵਾਰ ਲੈ ਕੇ ਬਾਹਰ ਨਿਕਲੇ ਤੇ ਇੱਕ ਹੋਰ ਸਿਰ ਦੇਣ ਵਾਲੇ ਦੀ ਮੰਗ ਕਰ ਦਿੱਤੀ, ਹੁਣ ਤਾਂ ਖਲਬਲੀ ਮਚ ਗਈ। ਕਈ ਦੀਵਾਨ ਵਿੱਚੋਂ ਖਿਸਕੇ ਤੇ ਕਈ ਉੱਥੇ ਬੈਠੇ ਹੀ ਗਿਣਤੀਆਂ ਗਿਣ ਲੱਗੇ ਕਿ ਗੁਰੂ ਜੀ ਨੂੰ ਅੱਜ ਕੀ ਹੋ ਗਿਆ ਹੈ ਕਿ ਸਿੱਖਾਂ ਨੂੰ ਆਪੇ ਹੀ ਮਾਰਨ ਲੱਗ ਗਏ ਹਨ। ਪਰ ਕੁਝ ਐਸੇ ਸਿਦਕੀ ਵੀ ਸਨ ਜੋ ਸਮਝ ਰਹੇ ਸਨ, ਸਤਿਗੁਰੂ ਮੇਰਾ ਮਾਰ ਜਿਵਾਲੇ, ਸਤਿਗੁਰੂ ਮੇਰਾ ਸਰਬ ਪ੍ਰਤੀਪਾਲੈ। ਇਹ ਸਤਿਗੁਰੂ ਜੀ ਦਾ ਆਪਣਾ ਹੀ ਕੋਈ ਕੌਤਕ ਹੈ। ਸਤਿਗੁਰੂ ਜੀ ਸਿੱਖਾਂ ਦੀ ਪਰਖ ਕਰਦੇ ਹੀ ਆਏ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਕਈ ਗੁਰਸਿੱਖ ਇਹਨਾਂ ਵਿਚਾਰਾਂ ਵਿੱਚ ਹੀ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀ ਪਰਖ ਕੀਤੀ ਤਾਂ ਲਹਿਣਾ ਜੀ ਪਾਸ ਹੋਏ। ਮੁਰਦੇ ਨੂੰ ਖਾਣ ਲੱਗੇ ਤਾਂ ਉੱਥੇ ਕਲਾਧਾਰੀ ਸਤਿਗੁਰੂ ਜੀ ਨੇ ਮੁਰਦੇ ਨੂੰ ਕੜਾਹ ਪ੍ਰਸ਼ਾਦ ਵਿੱਚ ਬਦਲ ਦਿੱਤਾ ਸੀ। ਕਿੱਕਰ ਨੂੰ ਕੋਈ ਮਠਿਆਈਆਂ ਥੋੜ੍ਹੀਆਂ ਲੱਗਦੀਆਂ ਹਨ। ਪੁੱਤਰ ਇਸੇ ਕਾਰਨ ਹੀ ਫੇਲ ਹੋ ਗਏ, ਪਰ ਸਿਦਕੀ ਲਹਿਣਾ ਜੀ ਨੂੰ ਯਕੀਨ ਸੀ ਕਿ ਇਹ ਤਾਂ ਕਰਨ ਕਾਰਨ ਸਤਿਗੁਰੂ ਜੀ ਦੀ ਆਪਣੀ ਲੀਲਾ ਹੈ। ਉਹ ਜੋ ਚਾਹੁਣ ਬਣਾ ਦੇਣ ਤੇ ਸੱਚਮੁੱਚ ਉਹਨਾਂ ਜਦੋਂ ਕਿੱਕਰ ਨੂੰ ਹਲੂਣਿਆ ਤਾਂ ਉਤੋਂ ਤਰ੍ਹਾਂ ਤਰ੍ਹਾਂ ਦੇ ਫਲ ਤੇ ਮਠਿਆਈਆਂ ਡਿੱਗੇ ਜੋ ਸੰਗਤਾਂ ਨੇ ਛਕੇ ਤੇ ਗੁਰੂ ਜੀ ਦੀ ਪ੍ਰਤੱਖ ਕਲਾ ਵੇਖੀ। ਗੁਰੂ ਨਾਨਕ ਕਲਾਧਾਰੀ ਨੇ ਫਿਰ ਸਭ ਕੁਝ ਨਾਮ ਜੋਤ ਤੇ ਪ੍ਰਭੂ ਤੋਂ ਪ੍ਰਾਪਤ ਹੋਈਆਂ ਬਖਸ਼ਿਸ਼ਾਂ ਦਾ ਖਜ਼ਾਨਾ ਸ਼੍ਰੀ ਲਹਿਣਾ ਜੀ ਨੂੰ ਬਖਸ਼ ਕੇ ਉਹਨਾਂ ਨੂੰ ਆਪਣੇ ਰੂਪ ਬਣਾ ਕੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਕਰ ਦਿੱਤਾ। ਉਹੀ ਬਰਕਤਾਂ ਦੇ ਮਾਲਕ ਗੁਰੂ ਅੰਗਦ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਅੱਗੋਂ ਸ਼੍ਰੀ ਅਮਰਦਾਸ ਜੀ ਨੂੰ ਬਖਸ਼ਿਆ। ਫਿਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰ ਰਾਏ ਤੇ ਬਾਲ ਸਰੂਪੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਵਿੱਚ ਉਹੀ ਬਰਕਤਾਂ ਦੇ ਚਮਤਕਾਰੇ ਸਭ ਸਿੱਖਾਂ ਨੇ ਦੇਖੇ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਸਭ ਬਰਕਤਾਂ ਦੇ ਤਾਕਤਾਂ ਦੇ ਹੁੰਦੇ ਆਪਣਾ ਬਲੀਦਾਨ ਦਿੱਤਾ ਤੇ ਕਲਾ ਨਹੀਂ ਵਿਖਾਈ। ਗੁਰੂ ਹਰਗੋਬਿੰਦ ਸਾਹਿਬ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਜ਼ਾਲਮਾਂ ਤੇ ਧਰਮ ਦੇ ਵੈਰੀਆਂ ਨੂੰ ਸੋਧਣ ਲਈ ਤਲਵਾਰ ਫੜੀ ਹੈ, ਇਹ ਵੀ ਤਾਂ ਗੁਰੂ ਨਾਨਕ ਦੀਆਂ ਬਰਕਤਾਂ ਦੇ ਮਾਲਕ ਹਨ। ਇਸ ਲਈ ਇੱਕ ਵਾਰ ਕੀ
100 ਵਾਰ ਵੀ ਸਿਰ ਮੰਗਣ ਤਾਂ ਸਿਰ ਦੇਣਾ ਹੀ ਭਲਾ ਹੈ। ਸੋ ਇਹਨਾਂ ਸਿਦਕੀ ਤੇ ਦ੍ਰਿੜ ਭਰੀਆਂ ਸੋਚਾਂ ਸੋਚਣ ਵਾਲੇ ਦੂਜੀ ਵੇਰ ਭਾਈ ਧਰਮਦਾਸ ਜੀ ਝੱਟ ਉੱਠ ਖਲੋਤੇ, ਹੱਥ ਜੋੜ ਕੇ ਕਿਹਾ, ਸਤਿਗੁਰ ਜੀਓ, ਇਹ ਸਰੀਰ ਜੇ ਆਪ ਦੇ ਕੰਮ ਆ ਸਕੇ ਤਾਂ ਇਸ ਤੋਂ ਵੱਧ ਹੋਰ ਮੈਨੂੰ ਕੀ ਚਾਹੀਦਾ ਹੈ। ਮੈਂ ਤਾਂ ਤੁਹਾਡੀ ਪ੍ਰਸੰਨਤਾ ਤੇ ਤੁਹਾਡੀ ਕਿਰਪਾ ਦਾ ਚਾਹਵਾਨ ਹਾਂ। ਸਤਿਗੁਰੂ ਜੀ ਦੇ ਤੇਜ ਭਰੇ ਨੇਤਰਾਂ ਦੇ ਸਾਹਮਣੇ ਇਸ ਵੇਲੇ ਕਿਸੇ ਸਿੱਖ ਦੀ ਅੱਖ ਉੱਚੀ ਨਹੀਂ ਸੀ ਹੁੰਦੀ। ਸਤਿਗੁਰੂ ਜੀ ਦੇ ਬੋਲਾਂ ਵਿੱਚ ਜਿਵੇਂ ਜੋਸ਼ ਸੀ, ਇਵੇਂ ਹੀ ਉਹ ਜੋਸ਼ ਤੇ ਫੁਰਤੀ ਨਾਲ ਸਿੱਖ ਨੂੰ ਪਕੜ ਕੇ ਝੱਟ-ਪੱਟ ਤੰਬੂ ਵਿੱਚ ਲੈ ਗਏ। ਅੱਗੇ ਵਾਂਗ ਹੀ ਤਲਵਾਰ ਚੱਲੀ ਤੇ ਧੜਮ ਕਰਕੇ ਡਿੱਗਣ ਦੀ ਆਵਾਜ਼ ਆਈ। ਹੋਰ ਲਹੂ ਤੰਬੂਆਂ ਬਾਹਰ ਨਿਕਲਦਾ ਸਿੱਖਾਂ ਨੇ ਵੇਖਿਆ। ਹੁਣ ਕੜਾਹ ਖਾਣੇ ਤੇ ਮੁਫਤ ਦਾ ਧਨ ਖਾਣ ਵਾਲੇ ਮਸੰਦਾਂ ਨੂੰ ਭਾਜੜ ਪੈ ਗਈ। ਕਈ ਇਹਨਾਂ ਵਿੱਚੋਂ ਦੌੜ ਕੇ ਮਾਤਾ ਜੀ ਪਾਸ ਗਏ ਤੇ ਕਿਹਾ, ਮਾਤਾ ਜੀ, ਹਨੇਰ ਹੋ ਗਿਆ। ਗੁਰੂ ਕੇ ਸਿੱਖਾਂ ਨਾਲ ਪਿਆਰ ਅਤੇ ਉਹਨਾਂ ਦੀ ਸ਼ਰਧਾ ਦਾ ਮੁੱਲ ਪਾਉਣ ਦੀ ਥਾਂ ਅੱਜ ਤਲਵਾਰ ਨਾਲ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਪਤਾ ਨਹੀਂ ਅੱਜ ਗੁਰੂ ਜੀ ਨੂੰ ਕੀ ਹੋ ਗਿਆ ਹੈ। ਮਾਤਾ ਜੀ, ਜਾਓ, ਛੇਤੀ ਜਾਓ, ਆਪਣੇ ਪੁੱਤਰ ਨੂੰ ਸਮਝਾਓ। ਪਰ ਇੱਧਰ ਦਸ਼ਮੇਸ਼ ਪਿਤਾ ਤੀਜੇ ਸਿਰ ਦੀ ਮੰਗ ਕਰਨ ਲਈ ਫਿਰ ਤੰਬੂ ਵਿੱਚੋਂ ਨੰਗੀ ਤੇ ਲਹੂ ਲਿਬੜੀ ਤਲਵਾਰ ਲੈ ਕੇ ਸਟੇਜ 'ਤੇ ਆ ਗਏ ਤੇ ਕਿਹਾ, ਗੁਰਸਿੱਖੋ, ਧਰਮ ਦੀ ਰੱਖਿਆ ਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਲਈ ਇਹ ਸਾਡੀ ਭਗਵਤੀ ਦੇਵੀ ਤਲਵਾਰ ਖੂਨ ਮੰਗਦੀ ਹੈ। ਇੱਕ ਸਿੱਖ ਹੋਰ ਉੱਠੇ ਤੇ ਸਾਨੂੰ ਸਿਰ ਦੇਵੇ। ਇਹ ਸੁਣ ਕੇ ਕਈਆਂ ਕਮਜ਼ੋਰਾਂ ਨੂੰ ਤਾਂ ਤਰੇਲੀਆਂ ਆ ਗਈਆਂ। ਕਈ ਡਰ ਨਾਲ ਕੰਬ ਉੱਠੇ ਤੇ ਕਈ ਉਂਝ ਹੀ ਸਹਿਮ ਗਏ ਕਿ ਹੁਣ ਕੀ ਕਰਨ। ਇਹ ਦਰ ਸੱਚੇ ਗੁਰੂ ਦਾ ਹੈ, ਧਰਮ ਤੁਰੰਤਰ ਗੁਰੂ ਦਾ ਹੈ। ਨੱਸ ਜਾਂ ਬਚ ਕੇ ਕਿੱਥੇ ਜਾਵਾਂਗੇ। ਹੁਣ ਤੱਕ ਸੁਣਦੇ ਆਏ ਹਾਂ ਤੇ ਉਪਦੇਸ਼ ਵੀ ਇਹ ਸੱਚਾ ਹੀ ਹੈ ਕਿ ਤਨ ਤੇ ਮਨ ਨਾਸਵੰਦ ਚੀਜ਼ਾਂ ਹਨ, ਪਰ ਮਨ ਆਤਮਾ ਨਹੀਂ ਮਰਦਾ। ਇਹੋ ਬੁਰੇ ਭਲੇ ਦਾ ਫਲ ਭੋਗਣ ਲਈ ਮੁੜ ਮੁੜ ਜੰਮਦਾ ਮਰਦਾ ਹੈ। ਪਰ ਜੇ ਇਹ ਸਰੀਰ ਗੁਰੂ ਦੇ ਕੰਮ ਆਵੇ ਤਾਂ ਇਹ ਮੁੜ ਜੰਮਣ ਤੇ ਮਰਨ ਦਾ ਦੁੱਖ ਤਾਂ ਕੱਟਿਆ ਜਾਵੇਗਾ। ਸੋ ਇਹ ਭਲੀਆਂ ਵਿਚਾਰਾਂ ਨੂੰ ਸੋਚਣ ਵਾਲਾ ਭਾਈ ਹਿੰਮਤ ਚੰਦ ਝੀਵਰ ਉੱਠਿਆ ਤੇ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਹ ਸਿਰ ਤਾਂ ਸੱਚੇ ਪਾਤਸ਼ਾਹ ਜੀ ਜਦ ਦੀ ਸਿੱਖੀ ਧਾਰਨ ਕੀਤੀ ਹੈ, ਆਪ ਜੀ ਦੀ ਅਮਾਨਤ ਹੈ। ਸੋ ਇਹ ਹਾਜ਼ਰ ਹੈ। ਕਾਲ ਨੇ ਇਸ ਮਿੱਥਿਆ ਸਰੀਰ ਨੂੰ ਅੰਤ ਖਾ ਹੀ ਜਾਣਾ ਹੈ। ਫਿਰ ਕੁਝ ਚਿਰ ਦੀ ਜ਼ਿੰਦਗੀ ਦਾ ਲਾਲਚ ਕਰਕੇ ਇਸ ਨੂੰ ਬਚਾ ਕੇ ਕੀ ਕਰਾਂਗਾ। ਚੰਗਾ ਹੈ ਜੇ ਤੁਸਾਂ ਦੀ ਭੇਟ ਹੋ ਜਾਵੇ। ਗੁਰੂ ਜੀ ਹਿੰਮਤ ਚੰਦ ਨੂੰ ਤੰਬੂ ਵਿੱਚ ਲੈ ਗਏ ਤੇ ਤਲਵਾਰ ਚਲਾਉਣ ਮਗਰੋਂ ਝੱਟ ਹੀ ਫਿਰ ਬਾਹਰ ਆ ਕੇ ਚੌਥੇ ਸਿਰ ਦੀ ਮੰਗ ਕੀਤੀ। ਇਸ ਸਮੇਂ ਤੱਕ ਡਰਪੋਕ ਤੇ ਕਾਇਰ ਦੀਵਾਨ ਵਿੱਚੋਂ ਕਾਫੀ ਨੱਸ ਚੁੱਕੇ ਸਨ, ਪਰ ਸਿਦਕੀ ਤੇ ਸਤਸੰਗ ਕਰਨ ਵਾਲੇ ਕਿਵੇਂ ਦੌੜ ਜਾਂਦੇ। ਉਹ ਤਾਂ ਸਰਬਸ ਸਤਿਗੁਰੂ ਜੀ ਦੇ ਕੌਤਕਾਂ ਦੀਆਂ ਸਾਖੀਆਂ ਸੁਣ ਚੁੱਕੇ ਤੇ ਮਨ ਗੁਰੂ ਜੀ ਦੇ ਅਰਪਣ ਕਰਨ ਵਾਲੇ ਸਨ। ਸੋ ਚੌਥੀ ਵਾਰੀ ਮੰਗ ਕਰਨ ਤੇ ਸਾਹਿਬ ਚੰਦ ਨਾਈ ਉੱਠੇ ਤੇ ਪੰਜਵੀਂ ਵੇਰ ਮੁਹਕਮ ਚੰਦ ਸ਼ੀਂਬਾ ਉੱਠੇ। ਪੰਜਵੇਂ ਸਿੱਖ ਨੂੰ ਲਿਜਾਣ ਮਗਰੋਂ ਗੁਰੂ ਜੀ ਕਿੰਨਾ ਹੀ ਚਿਰ ਬਾਹਰ ਨਾ ਨਿਕਲੇ। ਬਾਹਰ ਦੀਵਾਨ ਵਿੱਚ ਹੁਣ ਹਜ਼ਾਰਾਂ ਦੀ ਥਾਂ ਸੈਂਕੜੇ ਰਹਿ ਗਏ ਜੋ ਬੈਠੇ ਰਹੇ। ਪਰ ਉਸ ਸਮੇਂ ਹੈਰਾਨੀ ਵਿੱਚੋਂ ਅਸਚਰਜਤਾ ਪੈਦਾ ਹੋ ਗਈ ਜਦ ਗੁਰੂ ਜੀ ਕੁਝ ਚਿਰ ਮਗਰੋਂ ਸਿਰਾਂ ਦੀ ਭੇਟ ਦੇਣ ਵਾਲੇ ਸਿੱਖਾਂ ਨੂੰ ਜੀਵਤ ਕਰਕੇ, ਨਵਾਂ ਅੰਗਮੀ ਜੀਵਨ ਦੇ ਕੇ, ਨਵੇਂ ਬਸਤਰ ਪਵਾ ਕੇ, ਸ਼ਸਤਰ ਸਜਵਾ ਕੇ, ਕੰਗਾ ਕੜਾ ਤੇ ਕਿਰਪਾਨ ਪਹਿਨਵਾ ਕੇ, ਨਵੀਂ ਆਬਾ ਵਿੱਚ ਬਦਲ ਕੇ ਉਹਨਾਂ ਸਮੇਤ ਤੰਬੂਓਂ ਨਿਕਲ ਕੇ ਸਟੇਜ 'ਤੇ ਆ ਗਏ। ਦੀਵਾਨ ਵਿੱਚ ਬੈਠੇ ਸਿੱਖ ਹੁਣ ਮੂੰਹ ਵਿੱਚ ਉਂਗਲਾਂ ਪਾ ਪਾ ਸੋਚਣ ਲੱਗੇ ਕਿ ਇਹ ਕੀ ਗੱਲ ਹੋਈ, ਅਸੀਂ ਨਿਭਾਗੇ ਕਿਉਂ ਰਹਿ ਗਏ। ਪਰ ਐਤਕੀਂ ਉਹਨਾਂ ਦੇ ਹੱਥ ਵਿੱਚ ਤੇਗ ਨਹੀਂ ਸੀ, ਸਗੋਂ ਤੇਗ ਮਿਆਨ ਵਿੱਚ ਸੀ। ਅਚੰਭਤ ਹੋਏ ਸਿੱਖਾਂ ਨੂੰ ਹੁਣ ਇਹ ਪੱਕਾ ਨਿਸ਼ਚਾ ਹੋ ਗਿਆ ਕਿ ਸਤਿਗੁਰੂ ਜੀ ਮਾਰ ਕੇ ਜਿਵਾਲ ਸਕਦੇ ਹਨ। ਗੁਰੂ ਜੀ ਨੇ ਸਿਰ ਦੇਣ ਵਾਲੇ ਪਿਆਰਿਆਂ ਨੂੰ
ਚੌਂਕੀਆਂ 'ਤੇ ਬਿਠਾਇਆ ਅਤੇ ਉਹਨਾਂ ਦੇ ਨੇੜੇ ਖੜ੍ਹੇ ਹੋ ਕੇ ਦੀਵਾਨ ਵਿੱਚ ਬੈਠੇ ਸਿੱਖਾਂ ਵੱਲ ਵੇਖਦੇ ਹੋਏ ਕਿਹਾ, ਇਹ ਮੇਰੇ 5 ਪਿਆਰੇ ਹਨ ਜੋ ਦੀਵਾਨ ਮੁਕਤੀ ਪ੍ਰਾਪਤ ਕਰ ਗਏ ਹਨ। ਇਹਨਾਂ ਨੇ ਸਿਰ ਦੇ ਕੇ ਨਿਰਭੈ ਅਤੇ ਨਿਡਰ ਜੀਵਨ ਪ੍ਰਾਪਤ ਕਰ ਲਿਆ ਹੈ। ਇਹਨਾਂ ਵਿੱਚ ਇੰਨੀ ਸ਼ਕਤੀ ਆ ਗਈ ਹੈ ਕਿ ਇਹ ਹੁਣ ਲੱਖਾਂ ਦਾ ਮੁਕਾਬਲਾ ਕਰਨਗੇ, ਲੱਖਾਂ ਉੱਤੇ ਭਾਰੂ ਹੋਣਗੇ। ਇਹ ਮੇਰੇ 5 ਪਿਆਰੇ ਹੀ ਪੰਥ ਦੀ ਵਾਂਗ ਡੋਰ ਸੰਭਾਲਣਗੇ। ਅੱਜ ਕਿਤਨਾ ਸੁਭਾਗਾ ਦਿਨ ਹੈ ਅਤੇ ਕਿੰਨੀ ਗੁਰੂ ਨਾਨਕ ਦੇਵ ਜੀ ਦੀ ਅਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੇ ਮਗਰੋਂ ਸਿੱਖੀ ਦੀ ਸੇਵਾ ਦੀ ਸੌਂਪਣਾ ਕਰਨ ਵਾਸਤੇ ਪਰਖ ਦੀ ਚੋਣ ਕੀਤੀ ਤਾਂ ਕੇਵਲ ਇੱਕ ਸਿੱਖ ਭਾਈ ਲਹਿਣਾ ਜੀ ਉਹਨਾਂ ਦੀ ਪਰਖ ਵਿੱਚ ਪੂਰੇ ਉਤਰੇ ਸਨ। ਪਰ ਅੱਜ ਗੁਰਸਿੱਖੀ ਦੇ ਬਾਗ ਵਿੱਚ ਇੰਨੇ ਸਿੱਦਕੀ ਅਤੇ ਮਰਜੀਵੜੇ ਪੈਦਾ ਹੋ ਚੁੱਕੇ ਹਨ ਕਿ ਅੱਜ ਪਰਖ ਕਰਨ 'ਤੇ 5 ਪਿਆਰੇ ਨਿੱਤਰ ਆਏ ਹਨ। ਇਸ ਮਗਰੋਂ ਗੁਰੂ ਜੀ ਨੇ ਡਰਦੇ ਨੱਸਣ ਵਾਲੇ ਸਿੱਖਾਂ ਨੂੰ ਸਮਝਾਇਆ ਅਤੇ ਹੌਂਸਲਾ ਦਿੱਤਾ ਕਿ ਫਿਕਰ ਨਾ ਕਰੋ, ਇਹਨਾਂ 5 ਪਿਆਰਿਆਂ ਵਿੱਚ ਹੁਣ ਤੁਹਾਨੂੰ ਵੀ ਆਪਣੇ ਵਰਗੇ ਬਣਾ ਲੈਣ ਦੀ ਸ਼ਕਤੀ ਆ ਗਈ ਹੈ। ਇਹ ਸਭ ਕੁਝ ਦੇਖੋ ਅਤੇ ਹੌਂਸਲੇ ਵਿੱਚ ਆਵੋ। ਗੁਰੂ ਬਚਨ ਦੀ ਮਹਾਨਤਾ। ਇੱਕ ਵੇਰਾ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸੰਗਤ ਦਰਸ਼ਨਾਂ ਲਈ ਅਨੰਦਪੁਰ ਪੁੱਜੀ। ਇਹ ਸੰਗਤ ਜਿਸ ਸਮੇਂ ਸ਼੍ਰੀ ਅਨੰਦਪੁਰ ਸਾਹਿਬ ਪੁੱਜੀ ਤਾਂ ਉਸ ਸਮੇਂ ਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਮੁੜੇ ਆ ਰਹੇ ਸਨ ਅਤੇ ਜੰਗੀ ਸਿੱਖਾਂ ਸਮੇਤ ਅਨੰਦਪੁਰ ਤੋਂ ਬਾਹਰ ਆਰਾਮ ਕਰਨ ਲਈ ਬੈਠ ਗਏ। ਉੱਥੇ ਹੀ ਦੀਵਾਨ ਲੱਗ ਗਿਆ। ਗੁਰੂ ਜੀ ਦੇ ਹੱਥ ਵਿੱਚ ਬਾਜ਼ ਸੀ, ਸ਼ਿਕਾਰ ਕੀਤੇ ਜਾਨਵਰ ਵੀ ਸਨ, ਪਰ ਇੱਕ ਪੰਛੀ ਨੂੰ ਜਿਉਂਦੇ ਹੀ ਜਾਲ ਲਾ ਕੇ ਫੜ ਲਿਆਂਦਾ ਸੀ। ਉਹ ਜਿਉਂਦਾ ਪੰਛੀ ਇਸ ਸਮੇਂ ਗੁਰੂ ਜੀ ਨੇ ਖਾਲੀ ਹੱਥ ਵਿੱਚ ਲੈ ਲਿਆ ਅਤੇ ਬਾਜ਼ ਵੱਲ ਅੱਗੇ ਕਰ ਦਿੱਤਾ। ਬਾਜ਼ ਜਿਉਂਦੇ ਪੰਛੀ ਨੂੰ ਹੀ ਤੋੜ ਖਾਣ ਲੱਗਾ। ਸਭ ਸਿੱਖ ਅਤੇ ਆਉਣ ਵਾਲੀ ਸੰਗਤ ਗੁਰੂ ਜੀ ਦੇ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੋ ਗਈ। ਇਹਨਾਂ ਵਿੱਚ ਉਜੈਨ ਦੇ ਸਿੱਖ ਬਿਸ਼ੰਬਰ ਦਾਸ ਦਾ ਪੁੱਤਰ ਗੋਪਾਲ ਦਾਸ ਸੀ, ਜੋ ਪਿਤਾ ਨੇ ਬਹੁਤ ਹੀ ਪ੍ਰੇਰ ਕੇ ਅਨੰਦਪੁਰ ਭੇਜਿਆ ਸੀ। ਵੈਸ਼ਨੂੰ ਹੋਣ ਕਰਕੇ ਉਹ ਬੜਾ ਤ੍ਰਭਕਿਆ। ਉਹ ਵਿਚਾਰਨ ਲੱਗ ਗਿਆ ਕਿ ਮੇਰੇ ਪਿਤਾ ਨੇ ਮੈਨੂੰ ਕਿਹੋ ਜਿਹੇ ਗੁਰੂ ਕੋਲ ਘੱਲ ਦਿੱਤਾ ਹੈ। ਇੱਕ ਸਿੱਖ ਨੇ ਅੱਗੇ ਹੋ ਕੇ ਹੱਥ ਜੋੜੇ ਅਤੇ ਪੁੱਛ ਹੀ ਲਿਆ, ਮਹਾਰਾਜ ਇਹ ਕੀ? ਇਸ ਪੰਛੀ ਨੂੰ ਬਾਜ਼ ਕੋਲੋਂ ਇਸ ਤਰ੍ਹਾਂ ਕਿਉਂ ਮਰਵਾ ਰਹੇ ਹੋ? ਬਾਜ਼ ਆਪ ਮਾਰ ਕੇ ਖਾ ਲਵੇ ਤਾਂ ਉਹ ਹੋਰ ਗੱਲ ਸੀ, ਪਰ ਆਪਣੇ ਸਾਹਮਣੇ ਐਸਾ ਕਿਉਂ ਕਰਵਾ ਰਹੇ ਹੋ? ਸਿੱਖਾ, ਅਸੀਂ ਬੁਰਾ ਨਹੀਂ ਕਰ ਰਹੇ, ਇਹਨਾਂ ਦੋਹਾਂ ਦਾ ਭਲਾ ਕਰ ਰਹੇ ਹਾਂ। ਭਲਾ ਕਰ ਰਹੇ ਹੋ, ਉਹ ਕਿਵੇਂ? ਇਹ ਸੁਣ ਗੁਰੂ ਜੀ ਨੇ ਕਿਹਾ, ਇਹ ਬਾਜ਼ ਪਹਿਲੇ ਜਨਮ ਵਿੱਚ ਰਾਜਾ ਅਤੇ ਗੁਰੂ ਕਾ ਸਿੱਖ ਸੀ। ਇਹ ਪੰਛੀ ਜਿਸ ਨੂੰ ਅਸੀਂ ਮਰਵਾ ਰਹੇ ਹਾਂ, ਇਹ ਵੀ ਥੋੜ੍ਹਾ ਬਹੁਤ ਸਿੱਖ ਸੀ, ਪਰ ਚੋਰ ਅਤੇ ਰਾਹਮਾਰ ਸੀ। ਇੱਕ ਵੇਰਾ ਇਹ ਫੜਿਆ ਗਿਆ। ਇਸ ਨੂੰ ਸੂਹ ਲੱਗ ਗਈ ਕਿ ਰਾਜਾ ਗੁਰੂ ਕਾ ਸਿੱਖ ਹੈ। ਇਸ ਨੇ ਤਰਲਾ ਲਿਆ, ਵਾਸਤੇ ਪਾਏ ਅਤੇ ਕਿਹਾ, ਅੱਗੋਂ ਨੂੰ ਮੈਂ ਚੋਰੀ ਛੱਡੀ। ਪਰ ਰਾਜਾ ਉਸ 'ਤੇ ਇਤਬਾਰ ਕਰਕੇ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਅਖੀਰ ਚੋਰ ਨੇ ਝੂਠੀਆਂ ਸਹੁੰ ਖਾਧੀਆਂ ਤਾਂ ਵੀ ਰਾਜਾ ਨਾ ਮੰਨਿਆ। ਪਰ ਰਾਜਾ ਸਿੱਖ ਸੀ। ਜਦ ਉਸਨੇ ਕਿਹਾ, ਤੁਹਾਡੇ ਮੇਰੇ ਵਿੱਚ ਗੁਰੂ ਜਾਮਣ, ਮੈਂ ਹੁਣ ਅੱਗੋਂ ਕਦੇ ਚੋਰੀ ਨਹੀਂ ਕਰਾਂਗਾ। ਰਾਜੇ ਨੇ ਗੁਰੂ ਦੀ ਜਾਮਣੀ 'ਤੇ ਚੋਰ ਛੱਡ ਦਿੱਤਾ, ਪਰ ਚੋਰ ਨੇ ਚੋਰੀ ਕਰਨੀ ਨਾ ਛੱਡੀ। ਉਹ ਹਿੰਸਕ ਅਤੇ ਨਿਰਦਈ ਬਣ ਕੇ ਮਾਇਆ ਦੇ ਲੋਭ ਪਿੱਛੇ ਲੋਕਾਂ ਨੂੰ ਕਤਲ ਕਰਦਾ ਅਤੇ ਮਾਰਦਾ ਰਿਹਾ। ਕਿੰਨੇ ਹੀ ਨਿਰਦੈਤਾਂ ਵਾਲੇ ਕੰਮ ਕਰਨ ਮਗਰੋਂ ਉਹ ਚੋਰ ਮਰ ਕੇ ਇਸ ਪੰਛੀ ਦੀ ਜੂਨੀ ਪਿਆ। ਰਾਜਾ ਭਾਵੇਂ ਧਰਮੀ ਸੀ, ਪਰ ਕਿਸੇ ਗਲਤੀ ਕਾਰਨ ਬਾਜ਼ ਦੀ ਜੂਨ ਵਿੱਚ ਪੈ ਗਿਆ ਹੈ। ਬਾਜ਼ ਦੇ ਸੰਸਕਾਰ ਚੰਗੇ ਸਨ। ਧਰਮੀ ਰਾਜਾ ਸੀ, ਇਸ ਲਈ ਇਹ ਸਾਡੇ ਹੱਥ ਦਾ ਬਾਜ਼ ਬਣ ਗਿਆ। ਇਹ ਪੰਛੀ ਉਂਝ ਵੀ ਚੋਰ ਅਤੇ ਗੁਰੂ ਕਾ ਵੀ ਚੋਰ, ਝੂਠੀ ਸਹੁੰ ਖਾਣ ਵਾਲਾ। ਜੇ ਅਸੀਂ ਇੰਝ ਨਾ ਕਰਦੇ ਤਾਂ ਇਸ ਬਾਜ਼ ਅਤੇ ਪੰਛੀ ਖਬਰੇ ਕਿਤਨੇ ਜਨਮ ਬਾਜ਼ ਅਤੇ ਪੰਛੀ ਬਣ ਜੰਮਦੇ ਮਰਦੇ ਰਹਿੰਦੇ। ਪਰ
ਅਸੀਂ ਤਾਂ ਯਤਨ ਕਰ ਰਹੇ ਹਾਂ ਕਿ ਇਹਨਾਂ ਦਾ ਲੇਖਾ ਨਿਬੜ ਜਾਏ ਅਤੇ ਮੁਕਤ ਹੋ ਜਾਣ। ਇਸ ਪੰਛੀ ਦੇ ਖਾਂਦੇ ਹੀ ਬਾਜ਼ ਨੇ ਮਰ ਜਾਣਾ ਹੈ ਅਤੇ ਮਰ ਕੇ ਦੋਵੇਂ ਹੀ ਮੁਕਤ ਹੋ ਜਾਣਗੇ। ਸੱਚਮੁੱਚ ਹੀ ਪੰਛੀ ਨੂੰ ਖਾਂਦੇ ਹੀ ਬਾਜ਼ ਮਰ ਗਿਆ। ਸੰਗਤਾਂ ਇਹ ਕੌਤਕ ਵੇਖ ਕੇ ਅਸਚਰਜ ਹੋ ਗਈਆਂ। ਇਸ ਤੋਂ ਪਹਿਲੇ ਰਿਛ ਨੂੰ ਮੁਕਤ ਕਰ ਚੁੱਕੇ ਸਨ, ਜੋ ਗੁਰੂ ਕੇ ਚੋਰ ਬਰਦਾਰ ਭਾਈ ਕੀਰਤੀਏ ਦਾ ਪਿਤਾ ਸੀ। ਉਸ ਨੇ ਪ੍ਰਸ਼ਾਦ ਲੈਂਦੇ ਸਿੱਖ ਨੂੰ ਝਿੜਕਿਆ ਅਤੇ ਕਿਹਾ ਸੀ, ਰਿਛ ਵਾਂਗ ਅੱਗੇ ਕਿਉਂ ਵੱਧਦਾ ਆਉਂਦਾ ਏ? ਗੱਡੇ ਵਾਲਾ ਸਧਾਰਨ ਸਿੱਖ ਗੱਡਾ ਖੜ੍ਹਾ ਕਰਕੇ ਪ੍ਰਸ਼ਾਦ ਲੈਣ ਆਇਆ ਸੀ। ਉਸਨੇ ਕਿਹਾ, ਮੈਂ ਤਾਂ ਰਿਛ ਨਹੀਂ, ਰਿਛ ਵਾਂਗ ਤਾਂ ਤੂੰ ਘੂਰੀਆਂ ਵੱਟ ਵੱਟ ਕੇ ਵੇਖਦਾ ਅਤੇ ਬੋਲਦਾ ਹੈ। ਸੋ ਸਿੱਖ ਦੇ ਸਰਾਪ ਨਾਲ ਉਹ ਰਿਛ ਬਣ ਗਿਆ ਸੀ, ਪਰ ਗੁਰੂ ਜੀ ਨੇ ਕੜਾਹ ਪ੍ਰਸ਼ਾਦ ਖਵਾ ਕੇ ਉਸ ਦੀ ਵੀ ਮੁਕਤੀ ਕਰ ਦਿੱਤੀ ਸੀ। ਉਸ ਨੇ ਕੜਾਹ ਪ੍ਰਸ਼ਾਦ ਖਾਂਦੇ ਹੀ ਸਰੀਰ ਛੱਡ ਦਿੱਤਾ ਸੀ। ਹੋਰ ਤਾਂ ਸਭ ਨੂੰ ਗੁਰੂ ਜੀ ਦੇ ਇਸ ਕੌਤਕ ਤੋਂ ਗੁਰੂ ਜੀ ਦੀ ਸ਼ਰਧਾ ਵਧੀ, ਪਰ ਗੋਪਾਲ ਦਾਸ ਦਾ ਮਾਨ ਸੰਸ਼ੇ ਵਿੱਚ ਹੀ ਰਿਹਾ। ਉਸ ਦੇ ਵੱਸ ਹੁੰਦਾ ਤਾਂ ਉਸੇ ਵੇਲੇ ਮੁੜ ਜਾਂਦਾ, ਪਰ ਉਹ ਇਕੱਲੇ ਸਫ਼ਰ ਕਰਨ ਦਾ ਸਮਾਂ ਨਹੀਂ ਸੀ, ਇਸ ਲਈ ਉਹ ਸੰਗਤ ਦੇ ਨਾਲ ਹੀ ਮੁੜਿਆ। ਜਾਂਦੀ ਵਾਰੀ ਉਸਨੇ ਘਰੋਂ ਦਸਵੰਧ ਦੇ ਲਿਆਂਦੇ 500 ਰੁਪਏ ਗੁਰੂ ਜੀ ਦੀ ਭੇਟਾ ਕਰ ਦਿੱਤੇ, ਪਰ ਟੁੱਟੇ ਜਿਹੇ ਦਿਲ ਨਾਲ। ਗੁਰੂ ਜੀ ਨੇ ਕਿਹਾ, ਗੁਰਸਿੱਖ ਦੇ ਅੰਗ ਸੰਗ ਨਾਮ ਚਿਤ ਆਵੇ। ਗੱਲ ਕੀ ਗੋਪਾਲ ਦਾਸ ਨੂੰ 500 ਰੁਪਏ ਦਾ ਝੋਰਾ ਲੱਗ ਗਿਆ ਕਿ ਐਵੇਂ ਹੀ ਗੁਆਇਆ। ਪਰ ਜਦ ਵਾਪਸ ਜਾਂਦਾ ਰੋਪੜ ਪੁੱਜਾ ਤਾਂ ਬਾਹਰ ਖੇਤਾਂ ਵਿੱਚ ਗਏ ਨੂੰ ਧਿਆਨ ਸਿੰਘ ਮਨੀ ਮਾਜਰੇ ਵਾਲਾ ਮਿਲਿਆ। ਤਾਂ ਉਸ ਦੀ ਉਦਾਸੀ ਦਾ ਕਾਰਨ ਪੁੱਛਣ 'ਤੇ ਉਸ ਨੇ ਦਿਲ ਦੀ ਗੱਲ ਕਹਿ ਦਿੱਤੀ। ਗੁਰੂ ਕਾ ਸਿੱਕੀ ਸਿੱਖ ਧਿਆਨ ਸਿੰਘ ਕਹਿਣ ਲੱਗਾ, ਤੂੰ 500 ਰੁਪਏ ਮੈਥੋਂ ਲੈ ਲੈ ਅਤੇ ਗੁਰੂ ਕਾ ਬਚਨ ਮੈਨੂੰ ਦੇ ਦੇ। ਉਸ ਨੇ ਝੱਟ ਹੀ ਧਿਆਨ ਸਿੰਘ ਦੀ ਗੱਲ ਮੰਨ ਲਈ। ਧਿਆਨ ਸਿੰਘ ਨੇ ਘਰ ਜਾ ਕੇ ਸਭ ਗਹਿਣੇ ਵੇਚ ਕੇ ਗੋਪਾਲ ਦਾਸ ਨੂੰ ਰੁਪਇਆ ਲਿਆ ਦਿੱਤਾ ਅਤੇ ਬਚਨ ਲੈ ਲਿਆ, ਪਰ ਗੁਰੂ ਕਾ ਪ੍ਰਸ਼ਾਦ ਗੋਪਾਲ ਦਾਸ ਕੋਲ ਹੀ ਰਹਿਣ ਦਿੱਤਾ ਕਿ ਇਹ ਤੂੰ ਲੈ ਜਾ। ਗੋਪਾਲ ਦਾਸ ਖੁਸ਼ ਸੀ ਕਿ ਮੇਰਾ ਤਾਂ ਗਿਆ ਧਨ ਮੁੜ ਆਇਆ। ਉਹ ਘਰ ਜਾ ਪੁੱਜਾ, ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਮਹੀਨੇ ਦੇ ਮਿਲੇ ਪ੍ਰਸ਼ਾਦ ਨੂੰ ਉਸ ਨੇ ਉਸੇ ਤਰ੍ਹਾਂ ਹੀ ਤਾਜ਼ਾ ਵੇਖਿਆ ਅਤੇ ਸਭ ਪਰਿਵਾਰ ਨੇ ਖਾਧਾ। ਪਰ ਜਦ ਬਸ਼ੰਬਰ ਦਾਸ ਨੂੰ ਗੁਰੂ ਦਾ ਬਚਨ ਰਸਤੇ ਵਿੱਚ ਵੇਚ ਆਉਣ ਦਾ ਪਤਾ ਲੱਗਿਆ ਤਾਂ ਉਹ ਤੜਪ ਉੱਠਿਆ ਅਤੇ ਪੁੱਤਰ ਨੂੰ ਲਾਹਨਤਾਂ ਪਾਉਣ ਲੱਗਾ। ਉਹ ਪੁੱਤਰ ਨੂੰ ਅਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਉਸੇ ਦਿਨ ਹੀ ਅਨੰਦਪੁਰ ਨੂੰ ਚੱਲ ਪਿਆ। ਰਸਤੇ ਵਿੱਚ ਧਿਆਨ ਸਿੰਘ ਨੂੰ ਮਿਲ ਕੇ ਉਸਨੇ 500 ਰੁਪਏ ਦੇ ਕੇ ਗੁਰੂ ਕਾ ਬਚਨ ਵਾਪਸ ਲੈਣ ਦਾ ਯਤਨ ਕੀਤਾ, ਪਰ ਹੁਣ ਧਿਆਨ ਸਿੰਘ ਮੰਨਣ ਲਈ ਤਿਆਰ ਨਹੀਂ ਸੀ। ਉਹ ਕਹੇ, ਮੈਨੂੰ ਤਾਂ ਗੁਰੂ ਕੇ ਬਚਨ ਨੇ ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ ਹਨ, ਮੈਂ ਇਹ ਕਿਉਂ ਮੋੜਾਂ। ਇਹ ਦੇਖ ਬਿਸ਼ੰਬਰ ਦਾਸ ਨੇ ਤਰਲਿਆਂ ਨਾਲ ਗੁਰੂ ਜੀ ਕੋਲ ਚੱਲਣ ਲਈ ਮਨਾਇਆ। ਅਨੰਦਪੁਰ ਪੁੱਜ ਕੇ ਧਿਆਨ ਸਿੰਘ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਅਤੇ ਗੋਪਾਲ ਦਾਸ ਨੂੰ ਬਖਸ਼ਣ ਦੀ ਸਿਫਾਰਿਸ਼ ਕਰ ਦਿੱਤੀ। ਹੁਣ ਗੋਪਾਲ ਦਾਸ ਵੀ ਆਪਣੀ ਕਰਨੀ 'ਤੇ ਸੱਚਮੁੱਚ ਹੀ ਪਛਤਾ ਰਿਹਾ ਸੀ। ਸੋ ਸਤਿਗੁਰੂ ਜੀ ਨੇ ਬਖਸ਼ ਦਿੱਤਾ ਅਤੇ ਮੁੜ ਸਿੱਖੀ ਸਿਦਕ ਵਿੱਚ ਰਹਿਣ ਦਾ ਬਚਨ ਦਿੱਤਾ। ਹੁਣ ਬਿਸ਼ੰਬਰ ਦਾਸ ਪਰਿਵਾਰ ਸਮੇਤ ਅਨੰਦਪੁਰੋਂ ਖੁਸ਼ੀ ਨਾਲ ਪਰਤਿਆ। ਮਾਤਾ ਸਾਹਿਬ ਦੇਵਾਂ ਸ਼੍ਰੀ ਗੁਰੂ ਜੀ ਦੇ ਦੇਵੀ ਦੇ ਹਵਨ ਕਰਨ 'ਤੇ ਪੰਡਤਾਂ ਦੇ ਪਾਜ ਉਕੇੜਨ ਮਗਰੋਂ ਅਜੇ ਵਿਹਲੇ ਹੋ ਕੇ ਖਾਲਸਾ ਪੰਥ ਸਾਜਣ ਦੇ ਪ੍ਰੋਗਰਾਮ ਦੀਆਂ ਸੋਚ ਵਿਚਾਰਾਂ ਵਿੱਚ ਸਨ ਤਾਂ ਉਸ ਸਮੇਂ ਸੰਮਤ 1756 ਵਿੱਚ ਜੇਹਲਮ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਇਸ ਸੰਗਤ ਵਿੱਚ ਜੇਹਲਮ ਦੇ ਇਲਾਕੇ ਦਾ ਇੱਕ ਹਰਜਸ ਖੱਤਰੀ ਵੀ ਦਰਸ਼ਨਾਂ ਲਈ ਆਇਆ। ਇਸ ਦੀ ਇੱਕ ਲੜਕੀ ਸਾਹਿਬ ਦੇਵਾ ਸੀ, ਜਿਸ ਨੂੰ ਉਹ ਜਨਮਦੇ ਹੀ ਗੁਰੂ ਜੀ ਨਮਿਤ ਸੰਕਲਪ ਕਰ ਚੁੱਕਾ ਸੀ। ਉਸ ਨੇ ਇਸ ਇੱਛਾ ਨੂੰ ਆਪਣੇ ਇਲਾਕੇ ਵਿੱਚ ਪ੍ਰਗਟ ਕੀਤਾ ਹੋਇਆ ਸੀ, ਜਿਸ ਕਰਕੇ ਇਲਾਕੇ ਦੇ ਸਿੱਖ ਉਸ ਨੂੰ ਪੇਕੇ ਘਰ ਹੀ ਮਾਤਾ ਸ਼ਬਦ ਨਾਲ ਬੁਲਾਉਣ ਅਤੇ ਸਤਿਕਾਰ ਕਰਨ ਲੱਗ ਪਏ ਸਨ। ਹੁਣ ਉਹ ਲੜਕੀ ਜਵਾਨ ਹੋ ਚੁੱਕੀ ਸੀ ਅਤੇ ਪਿਤਾ ਉਸ ਨੂੰ
ਅਰਪਣ ਕਰਨ ਲਈ ਲੈ ਆਇਆ ਸੀ। ਇਸੇ ਕਾਰਨ ਹੀ ਉਸ ਇਲਾਕੇ ਦੇ ਸਿੱਖ ਉਚੇਚੇ ਤੌਰ 'ਤੇ ਅਨੰਦਪੁਰ ਪੁੱਜੇ ਸਨ। ਹਰਜਸ ਨੇ ਗੁਰੂ ਜੀ ਨੂੰ ਜਦ ਉਹ ਦੀਵਾਨ ਵਿੱਚ ਆ ਕੇ ਸੁਸ਼ੋਭਿਤ ਹੋਏ ਤਾਂ ਬੇਨਤੀ ਕੀਤੀ, ਸਤਿਗੁਰੂ, ਮੈਂ ਆਪਣੀ ਕੰਨਿਆ ਸਾਹਿਬ ਦੇਵਾ ਆਪ ਜੀ ਦੇ ਅਰਪਣ ਕਰਨੀ ਚਾਹੁੰਦਾ ਹਾਂ। ਹੁਣ ਇਹ ਗੱਲ ਨਹੀਂ ਹੋ ਸਕਣੀ। ਅਸੀਂ ਤਾਂ ਅੱਜ ਕੱਲ੍ਹ ਜਤ ਸਤ ਵਾਲੀ ਅਵਸਥਾ ਧਾਰਨ ਕੀਤੀ ਹੋਈ ਹੈ ਅਤੇ ਹੁਣ ਜੰਗਾਂ ਜੁੱਧਾਂ ਵਾਲੀ ਦਸ਼ਾ ਵਿੱਚ ਅਸਾਂ ਇਸੇ ਅਵਸਥਾ ਦੇ ਧਾਰਨੀ ਰਹਿਣਾ ਹੈ। ਸੋ ਹੁਣ ਅਸਾਂ ਵਿਆਹ ਕਾਜ ਕੋਈ ਨਹੀਂ ਕਰਨਾ। ਤੁਸੀਂ ਇਸ ਕੰਨਿਆ ਲਈ ਹੋਰ ਵਾਰ ਲੱਭ ਲਵੋ। ਮੇਰੇ ਦਾਤਾਰ ਜੀ, ਇਹ ਨਹੀਂ ਹੋ ਸਕਦਾ। ਇਲਾਕੇ ਵਿੱਚ ਇਸ ਗੱਲ ਦੀ ਧੁੰਮ ਪਈ ਹੋਈ ਹੈ। ਲੋਕ ਇਸ ਨੂੰ ਮਾਤਾ ਆ ਕੇ ਸਤਿਕਾਰ ਕਰਦੇ ਹਨ ਅਤੇ ਇਹ ਤਾਂ ਆਪ ਦੇ ਅਰਪਣ ਹੋ ਚੁੱਕੀ ਦਾਸੀ ਹੈ। ਇਸ ਲਈ ਹੋਰ ਵਾਰ ਕੋਈ ਨਹੀਂ ਹੋ ਸਕਦਾ। ਨਹੀਂ ਭਾਈ ਗੁਰਸਿੱਖਾ, ਜਿੱਦ ਨਹੀਂ ਕਰੀਦੀ। ਵਿਆਹ ਕਾਜਾਂ ਵਾਲਾ ਹੁਣ ਸਮਾਂ ਲੰਘ ਚੁੱਕਾ ਹੈ। ਪਰ ਸਤਿਗੁਰੂ ਜੀ, ਇਹ ਤਾਂ ਆਪ ਦੀ ਦਾਸੀ ਹੈ। ਜਿਵੇਂ ਮਰਜ਼ੀ ਹੈ ਰੱਖੋ, ਪਤਨੀ ਬਣਾ ਲਓ ਜਾਂ ਦਾਸੀ ਬਣਾ ਕੇ ਘਰ ਦੀ ਟਹਿਲਣ ਦਾਸੀ ਬਣਾ ਲਓ। ਇਹ ਤਾਂ ਹੁਣ ਤੁਹਾਡੇ ਜੋਗੀ ਹੈ। ਜਿਵੇਂ ਮਰਜ਼ੀ ਹੈ ਕਰੋ। ਇਲਾਕੇ ਵਿੱਚ ਲੋਕ ਮਾਤਾ ਕਹਿ ਕੇ ਇਸ ਦਾ ਸਤਿਕਾਰ ਕਰਨ ਲੱਗ ਪਏ ਹਨ। ਕਈ ਤੁਹਾਡੀ ਦਾਸੀ ਜਾਣ ਕੇ ਇਸ ਨੂੰ ਭੇਟਾਂ ਕਰਨ ਲੱਗ ਪਏ ਹਨ। ਇਸ ਲਈ ਉੱਥੋਂ ਦੀਆਂ ਸੰਗਤਾਂ ਦੀ ਸਲਾਹ ਨਾਲ ਮੈਂ ਇਸ ਨੂੰ ਰੋਹਤਾਸ ਤੋਂ ਡੋਲੇ ਵਿੱਚ ਬਿਠਾ ਕੇ ਇੱਥੇ ਲਿਆਇਆ ਹਾਂ। ਸੋ ਇਹ ਕੰਨਿਆ ਹੁਣ ਨਾ ਕਿਤੇ ਹੋਰ ਥਾਂ ਵਿਆਹੁਣ ਜੋਗੀ ਹੈ ਅਤੇ ਨਾ ਵਾਪਸ ਲਿਜਾਉਣ ਜੋਗੀ। ਹੁਣ ਤਾਂ ਇਹ ਆਪ ਜੀ ਦੇ ਹੁਕਮ ਵਿੱਚ ਹੀ ਰਹੇਗੀ। ਵਾਹ ਸਤਿਗੁਰੂ ਦੇ ਪ੍ਰੇਮੀ ਸਿੱਖ ਦਾ ਕੈਸਾ ਪਿਆਰ ਸੀ। ਖਬਰੇ ਕਿਸ ਹਾਲਤ ਵਿੱਚ ਉਹਨਾਂ ਦਾ ਇਹ ਸੰਕਲਪ ਹੋਇਆ ਕਿ ਇਹ ਕੰਨਿਆ ਹੁਣ ਗੁਰੂ ਲੇਖੇ ਲੱਗੇਗੀ। ਸਤਿਗੁਰੂ ਜੀ ਨੇ ਨਾ ਕੀਤੀ ਸੀ, ਪਰ ਸਿੱਖੀ ਫੁਲਵਾੜੀ ਦੇ ਮਾਲਕ ਅਤੇ ਰਾਖੇ ਵੀ ਸਨ। ਕਹਿਣ ਲੱਗੇ, ਭਾਈ ਹਰਜਸ, ਗ੍ਰਹਿਸਤ ਦਾ ਤਾਂ ਅਸਾਂ ਤਿਆਗ ਕੀਤਾ ਹੋਇਆ ਹੈ, ਪਰ ਤੇਰਾ ਸੰਕਲਪ ਕਿਵੇਂ ਪੂਰਾ ਹੋਵੇ। ਹੱਛਾ, ਇਉਂ ਕਰ, ਇਸ ਨੂੰ ਜੇ ਸਾਡੇ ਵਾਂਗ ਗ੍ਰਹਿਸਤ ਦਾ ਤਿਆਗ ਪ੍ਰਵਾਨ ਹੋਵੇ ਤਾਂ ਤੇਰੀ ਕਾਮਨਾ ਪੂਰਨ ਹੋ ਸਕਦੀ ਹੈ। ਪਰ ਪਹਿਲੇ ਕੰਨਿਆ ਨੂੰ ਪੁੱਛ ਲਵੋ। ਅਤੇ ਹੁਣ ਤਾਂ ਸਮਾਂ ਹੀ ਐਸਾ ਆ ਰਿਹਾ ਹੈ ਕਿ ਗ੍ਰਹਿਸਤ ਦਾ ਤਿਆਗ ਸਾਡੇ ਲਈ ਜ਼ਰੂਰੀ ਹੈ। ਗੁਰੂ ਜੀ ਨੇ ਕਿਹਾ, ਜੇ ਉਸ ਨੂੰ ਤਿਆਗ ਵਾਲੀ ਜ਼ਿੰਦਗੀ ਪ੍ਰਵਾਨ ਹੋਵੇ ਤਾਂ ਅਸੀਂ ਇਸ ਨੂੰ ਅਰਧੰਗੀ ਬਣਾ ਲਵਾਂਗੇ। ਗੁਰੂ ਜੀ ਦੀ ਨਾਂ ਸੁਣ ਕੇ ਹਰਜਸ ਤਾਂ ਅਜੇ ਇੰਨਾ ਦੁਖੀ ਨਹੀਂ ਸੀ ਜਿੰਨਾ ਕਿ ਸਾਹਿਬ ਦੇਵਾ ਨੂੰ ਦੁੱਖ ਹੋਇਆ ਸੀ। ਉਸ ਦੇ ਨੇਤਰਾਂ ਵਿੱਚੋਂ ਹੰਝੂ ਨਿਕਲ ਆਏ ਸਨ ਅਤੇ ਉਹ ਸਰੀਰ ਨੂੰ ਖਤਮ ਕਰਨ ਤੱਕ ਦੀਆਂ ਸੋਚਾਂ ਸੋਚਣ ਲੱਗ ਪਈ ਸੀ। ਪਰ ਜਿਉਂ ਹੀ ਗੁਰੂ ਜੀ ਨੇ ਤਿਆਗ ਮੰਨਣ ਲਈ ਕਿਹਾ ਤਾਂ ਉਹ ਖੁਸ਼ੀ ਨਾਲ ਮੰਨ ਗਈ। ਗੁਰੂ ਜੀ ਨੇ ਉਸ ਨੂੰ ਉਸੇ ਵੇਲੇ ਮਹੱਲਾ ਵਿੱਚ ਭੇਜ ਦਿੱਤਾ ਅਤੇ ਤੀਜੇ ਦਿਨ ਮਗਰੋਂ ਬਕਾਇਦਾ ਲਾਵਾਂ ਫੇਰੇ ਲੈ ਕੇ ਸਾਹਿਬ ਦੇਵਾ ਨੂੰ ਸਾਹਿਬ ਕੌਰ ਬਣਾ ਲਿਆ। ਮਾਤਾ ਸੁੰਦਰੀ ਜੀ ਦੀ ਪਵਿੱਤਰ ਕੁੱਖੋਂ ਵੱਡੇ ਸਾਹਿਬਜ਼ਾਦਾ ਜੀ ਦਾ ਜਨਮ ਪਾਉਂਟੇ ਵਿੱਚ ਸੰਮਤ 1753 ਵਿੱਚ ਹੋਇਆ ਸੀ ਅਤੇ ਬਾਕੀ ਤਿੰਨੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਜੁਝਾਰ ਸਿੰਘ ਅਤੇ ਹੁਣ ਇਸੇ ਸੰਮਤ 1753 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ ਸੀ। ਪਰ ਇਸ ਮਗਰੋਂ ਗੁਰੂ ਜੀ ਦੇਵੀ ਲਈ ਹਵਨ ਆਦਿ ਦੇ ਪ੍ਰਪੰਚ ਨੂੰ ਪ੍ਰਗਟ ਕਰਨ ਅਤੇ ਖਾਲਸਾ ਸਾਜਨ ਆਦਿ ਦੇ ਗੰਭੀਰ ਕੰਮਾਂ ਵਿੱਚ ਲੱਗ ਕੇ ਗ੍ਰਹਿਸਤ ਵੱਲੋਂ ਬਿਲਕੁਲ ਹੀ ਤਿਆਗੀ ਅਤੇ ਜਤੀ ਸਤੀਆਂ ਵਾਲਾ ਜੀਵਨ ਧਾਰਨ ਕਰ ਚੁੱਕੇ ਸਨ। ਪਰ ਮਾਤਾ ਸਾਹਿਬ ਦੇਵਾ ਜੀ ਨੇ ਵੀ ਤਿਆਗ ਵਾਲੀ ਕਸਰ ਨਾ ਰੱਖੀ ਅਤੇ ਇਤਨੇ ਪ੍ਰੇਮ ਨਾਲ ਗੁਰੂ ਜੀ ਦੀ, ਸਾਹਿਬਜ਼ਾਦਿਆਂ ਦੀ ਅਤੇ ਬਾਕੀ ਮਾਤਾਵਾਂ ਦੀ ਸੇਵਾ ਵਿੱਚ ਹਉਮੈ ਅਤੇ ਮਾਣ ਛੱਡ ਕੇ ਲੱਗ ਗਏ। ਗੁਰੂ ਜੀ ਨੇ ਸੱਚਾ ਪ੍ਰੇਮ ਦੇਖ ਕੇ ਮਾਤਾ ਜੀ ਨੂੰ ਸਰਬ ਖਾਲਸੇ ਦੀ ਮਾਤਾ ਬਣਾ ਦਿੱਤਾ ਅਤੇ ਹਰ ਸਿੰਘ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੀ ਬੜੇ ਮਾਣ ਅਤੇ ਸਤਿਕਾਰ ਨਾਲ ਆਖਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਰੋਸ਼ਨ ਹੈ ਕਿ ਮਾਤਾ ਸਾਹਿਬ ਦੇਵਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਲਾਵਾਂ ਫੇਰੇ ਲੈ ਕੇ ਤੀਸਰਾ ਵਿਆਹ ਕੀਤਾ, ਪਰ ਇਹ ਵਿਆਹ ਸਰੀਰਕ ਚੇਸ਼ਟਾਵਾਂ ਦੇ ਤਿਆਗ ਅਦੁੱਤੀ ਅਤੇ ਪਵਿੱਤਰ ਨਮੂਨਾ ਸੀ। ਮਾਤਾ ਸਾਹਿਬ ਕੌਰ ਜੀ ਦਾ
ਪ੍ਰਣ ਸੀ ਕਿ ਉਹ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਅੰਨ ਜਲ ਨਹੀਂ ਸੀ ਛਕਦੇ। ਅਤੇ ਇਤਿਹਾਸ ਵਿੱਚ ਕਈ ਥਾਂ ਜ਼ਿਕਰ ਆਉਂਦਾ ਹੈ ਕਿ ਕਈ ਦਿਨ ਉਹ ਅੰਨ ਜਲ ਨਾ ਛਕਦੇ। ਜਦ ਗੁਰੂ ਜੀ ਕਈ ਦਿਨ ਮਹੱਲਾਂ ਵਿੱਚ ਸ਼ਿਕਾਰ ਖੇਡਣ ਗਏ ਜਾਂ ਕਿਸੇ ਹੋਰ ਕਾਰਨ ਨਾ ਪੁੱਜਦੇ, ਸੋ ਧੰਨ ਹੈ ਐਸੇ ਸੱਚੇ ਸੁੱਚੇ ਤਿਆਗ ਵਾਲੀ ਮਾਤਾ ਸਾਹਿਬ ਦੇਵਾਂ, ਜੋ ਖਾਲਸੇ ਦੀ ਸੱਚੀ ਮਾਤਾ ਸਿੱਧ ਹੋਈ ਅਤੇ ਅੰਤਰਾਤਮੇ ਗੁਰੂ ਜੀ ਦੇ ਸਰੂਪ ਨੂੰ ਵਸਾ ਲੈਣ ਵਾਲੀ ਸੱਚੀ ਸੁਪਤਨੀ ਸੀ। ਗੁਰੂ ਜੀ ਦਾ ਕਥਨ ਹੈ, ਸਤੀਆਂ ਇਹਨਾਂ ਅੱਖੀਆਂ ਜੋ ਮੜੀਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੇ ਬਿਰਹਾ ਚੋਟ ਮਰਨ। ਸੋ ਐਸੀ ਸੱਚੀ ਅਤੇ ਸਤਵੰਤੀ ਮਾਤਾ ਸਾਹਿਬ ਕੌਰ ਜੀ ਹੋਏ ਸਨ, ਜਿਨ੍ਹਾਂ ਨੇ ਪਤੀ ਅਤੇ ਗੁਰੂ ਹੁਕਮ ਵਿੱਚ ਸਾਰਾ ਜੀਵਨ ਹੀ ਆਤਮਕ ਰੰਗਣ ਵਾਲਾ ਅਤੇ ਸੱਚੀ ਪ੍ਰੀਤ ਅਤੇ ਧਰਮ ਪਵਿੱਤਰਤਾ ਨਾਲ ਬਤੀਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਜਿਹਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਸਬਸਕ੍ਰਾਈਬ ਕਰ ਲਓ।